हाँ जी स्टूडेंट्स वेलकम कर दें तुहाडा टूर स्टडी क्लास यूट्यूब चैनल ਦੇ ਵਿੱਚ इस वीडियो ਦੇ ਵਿੱਚ स्टूडेंट्स ਆਪਾਂ BA ਸਮੈਸਟਰ ਫਸਟ ਦੇ ਲਈ ਹਿਸਟਰੀ ਦਾ ਜਿਹੜੇ ਕਿ ਟੌਪਿਕ ਲੈ ਕੇ ਆ ਕਨਿਸ਼ਕ ਬਾਰੇ। ਠੀਕ ਹੈ, ਕਨਿਸ਼ਕ ਦੀਆਂ ਪ੍ਰਾਪਤੀਆਂ, ਕਨਿਸ਼ਕ ਦੀਆਂ ਸਫਲਤਾਵਾਂ ਜਾਂ ਇੱਕ ਸ਼ਾਸਕ ਦੇ ਵਿੱਚ ਤੁਸੀਂ ਕਨਿਸ਼ਕ ਬਾਰੇ ਕੀ ਜਾਣਦੇ ਹੋ ਜਾਂ ਕਨਿਸ਼ਕ ਦੀ ਜਿਹੜੇ ਕਿ ਅਸ਼ੋਕ ਦੇ ਨਾਲ ਤੁਲਨਾ ਕਿਉਂ ਕੀਤੀ ਜਾਂਦੀ ਹੈ, ਸਾਰੇ ਕੁਐਸਚਨ ਦਾ ਆਪਾਂ ਇੱਕੋ ਆਨਸਰ ਕਰਾਂਗੇ। ਠੀਕ ਹੈ, ਹਾਂਜੀ ਕਨਿਸ਼ਕ ਜਿਹੜੇ ਕਿ ਕੁਸ਼ਾਣ ਵੰਸ਼ ਦੇ ਵਿੱਚੋਂ ਸੀ। ਸਭ ਤੋਂ ਪਹਿਲਾਂ ਤੁਸੀਂ ਇੰਟਰੋਡਕਸ਼ਨ ਕੱਢ ਦੇਣੀ ਹੈ, ਜਾਣ ਪਛਾਣ। ठीक है, जान पछाण दे विच हैडिंग पहला। हाँ जी, कनिष्क जिहड़े कि कुशाण वंश का सब तो प्रसिद्ध ते महान शासक सी। ਤਾਂ ਉਹਨੇ ਨਾ ਸਿਰਫ ਕੁਸ਼ਾਣ ਵੰਸ਼ ਨੂੰ ਹੀ ਰਾਜ ਨੂੰ ਹੀ ਇੱਕ ਸਾਮਰਾਜ ਦੇ ਵਿੱਚ ਤਬਦੀਲ ਕੀਤਾ, ਬਲਕਿ ਇੱਕ ਕੁਸ਼ਲ ਸ਼ਾਸਨ ਪ੍ਰਬੰਧ ਦੀ ਵਿਵਸਥਾ ਵੀ ਕੀਤੀ। ਵੀ ਉਹਨੇ ਨਾ ਸਿਰਫ ਜਿਹੜੇ ਕਿ ਕੁਸ਼ਾਣ ਰਾਜ ਦੇ ਵਿੱਚ ਆਪਣਾ ਘੇਰਾ ਨੂੰ ਹੀ ਅੱਗੇ ਵਧਾਇਆ, ਬਲਕਿ ਉਸ ਰਾਜ ਦੇ ਨੂੰ ਇੱਕ ਚੰਗਾ ਸ਼ਾਸਨ ਪ੍ਰਬੰਧ ਵੀ ਦਿੱਤਾ। ਤਾਂ ਉਹਦੇ ਅੰਤਕ ਯਤਨਾਂ ਦੇ ਸਿੱਟੇ ਵਜੋਂ ਜਿਹੜੇ ਕਿ ਬੁੱਧ ਧਰਮ ਵਿਸ਼ਵ ਦਾ ਇੱਕ ਪ੍ਰਸਿੱਧ ਧਰਮ ਬਣ ਗਿਆ। ਭਾਵ ਕਿ ਕਨਿਸ਼ਕ ਜਿਹੜੇ ਕਿ ਬੁੱਧ ਧਰਮ ਨਾਲ ਬਿਲੋਂਗ ਕਰਦਾ ਸੀ, ਤਾਂ ਉਹਨੇ ਬੁੱਧ ਧਰਮ ਨੂੰ ਜਿਹੜੇ ਕਿ ਬਹੁਤ ਜ਼ਿਆਦਾ ਜਿਹਦਾ ਦਾ ਪ੍ਰਸਾਰ ਕੀਤਾ। ਤੇ ਉਹਦੇ ਸ਼ਾਸਨ ਕਾਲ ਦੇ ਵਿੱਚ ਕਲਾ ਸਾਹਿਤ ਦੇ ਖੇਤਰ ਵਿੱਚ ਵੀ ਬਹੁਤ ਉન્નਤੀ ਹੁੰਦੀ ਹੈ। ਬਟ ਆਪਾਂ ਨੂੰ ਜਿਹੜੇ ਕਿ ਉਹਦੇ ਮੁੱਢਲੇ ਜੀਵਨ, ਮਾਤਾ ਪਿਤਾ ਤੇ ਉਹਦੇ ਸ਼ਾਸਨ ਕਾਲ ਦੇ ਤਰੀਕਾਂ ਬਾਰੇ ਕੋਈ ਨਿਸ਼ਚਿਤ ਜਾਣਕਾਰੀ ਨਹੀਂ ਮਿਲਦੀ। ਤੇ ਅੱਗੇ ਫਿਰ ਤੁਸੀਂ ਕਰਨਾ ਹੈ ਕਿ ਤੁਹਾਨੂੰ ਅਗਰ ਰਾਈਟਰ ਨੇਮ ਯਾਦ ਨਹੀਂ ਹੁੰਦਾ, ਤੁਸੀਂ ਐਵੇਂ ਕਹਿਣਾ ਵੀ ਕੁਝ ਇਤਿਹਾਸਕਾਰਾਂ ਦੇ ਅਨੁਸਾਰ ਕਨਿਸ਼ਕ 58 ਈਸਵੀ ਪੂਰਵ ਦੇ ਵਿੱਚ ਗੱਦੀ ਤੇ ਬੈਠਦਾ। ਠੀਕ ਹੈ, ਤੇ ਇਸੇ ਮੌਕੇ ਤੇ ਵਿਕਰਮ ਸੰਮਤ ਦੀ ਸਥਾਪਨਾ ਹੁੰਦੀ ਹੈ। ਫਿਰ ਤੁਸੀਂ ਲਿਖਣਾ ਵੀ ਕੁਝ ਇਤਿਹਾਸਕਾਰਾਂ ਦੇ ਅਨੁਸਾਰ ਇਸ ਵਿਚਾਰ ਨੂੰ ਸਹੀ ਨਹੀਂ ਮੰਨਿਆ ਜਾਂਦਾ, ਤੇ ਕੁਝ ਇਤਿਹਾਸਕਾਰਾਂ ਦੇ ਅਨੁਸਾਰ ਕਨਿਸ਼ਕ 78 ਈਸਵੀ ਦੇ ਵਿੱਚ ਸ਼ਾਸਕ ਬਣਿਆ, ਜਦੋਂ ਕਿ ਸ਼ਕ ਸੰਮਤ ਸ਼ੁਰੂ ਹੋਇਆ। ਹਾਂਜੀ, ਸ਼ਕ ਸੰਮਤ ਕਦੋਂ ਸ਼ੁਰੂ ਹੁੰਦਾ? 78 ਈਸਵੀ ਦੇ ਵਿੱਚ। 78 ਈਸਵੀ ਦੇ ਵਿੱਚ ਸ਼ਕ ਸੰਮਤ ਸ਼ੁਰੂ ਹੋ ਜਾਂਦਾ। ਠੀਕ ਹੈ, ਮਤਲਬ ਕਿ ਰਾਈਟਰਾਂ ਦੇ ਅਕੋਰਡਿੰਗ ਅਲੱਗ-ਅਲੱਗ ਜਿਹੜੇ ਕਿ ਇਸ ਦੇ ਪ੍ਰਤੀ ਵਿਚਾਰ ਨੇ। ਤੁਸੀਂ ਇਹ ਦੋਨੋਂ ਜ਼ਰੂਰ ਵਿਚਾਰ ਯਾਦ ਕਰਨੇ ਨੇ ਵੀ ਕੁਝ ਇਤਿਹਾਸਕਾਰਾਂ ਦੇ ਅਨੁਸਾਰ 58 ਈਸਵੀ ਪੂਰਵ ਦੇ ਵਿੱਚ ਗੱਦੀ ਤੇ ਬੈਠਿਆ ਕਨਿਸ਼ਕ, ਤੇ ਕੁਝ ਇਤਿਹਾਸਕਾਰਾਂ ਦੇ ਅਨੁਸਾਰ 78 ਈਸਵੀ ਦੇ ਵਿੱਚ ਬੈਠਿਆ, ਜਦੋਂ ਕਿ ਸ਼ਕ ਸੰਮਤ ਜਿਹੜੀ ਕਿ ਸ਼ੁਰੂ ਹੋਇਆ, ਤੇ 58 ਈਸਵੀ ਪੂਰਵ ਲਿਖਣੀ ਆ। ਦੈਨ ਹੁਣ ਉਸ ਤੋਂ ਬਾਅਦ ਆਪਾਂ ਇਹਦਾ ਜਿਹੜੇ ਕਿ ਕਨਿਸ਼ਕ ਦਾ ਬਹੁਤ ਸਾਰੇ ਜਿਹੜੇ ਇਤਿਹਾਸਕਾਰ ਮੰਨਦੇ ਨੇ ਕਿ ਕਨਿਸ਼ਕ 120 ਈਸਵੀ ਦੇ ਵਿੱਚ ਸ਼ਾਸਕ ਬਣਿਆ, 120 ਈਸਵੀ ਦੇ ਵਿੱਚ ਸ਼ਾਸਕ ਬਣਿਆ, ਤੇ ਉਹਨੇ 162 ਈਸਵੀ ਤੱਕ ਸ਼ਾਸਨ ਕੀਤਾ। ਭਾਵ ਕਿ ਤੁਸੀਂ ਦੋਨਾਂ ਰਾਈਟਰਾਂ ਬਾਰੇ ਵੇਰਵਾ ਦੇ ਕੇ ਫਿਰ ਐਂਡ 'ਚ ਤੁਸੀਂ ਕਹਿਣਾ ਦੋਨੇ ਪਹਿਲਾਂ ਇੱਕ ਕਹਿਣਾ ਵੀ ਇਹ ਇਤਿਹਾਸਕਾਰ ਕੁਛ ਇਹ ਕਹਿੰਦੇ ਨੇ ਤੇ ਕੁਝ ਇਤਿਹਾਸਕਾਰ ਇਹ ਕਹਿੰਦੇ ਨੇ। ਫਿਰ ਤੁਸੀਂ ਲਾਈਨ ਲਿਖਣੀ ਐਂਡ ਦੇ ਵਿੱਚ ਵੀ ਬਹੁਤ ਸਾਰੇ ਇਤਿਹਾਸਕਾਰ ਦੇ ਅਨੁਸਾਰ ਕਨਿਸ਼ਕ 120 ਈਸਵੀ ਦੇ ਵਿੱਚ ਸ਼ਾਸਕ ਬਣਦਾ ਤੇ 162 ਈਸਵੀ ਤੱਕ ਉਹ ਆਪਣਾ ਰਾਜ ਕਰਦਾ। ਹਾਂਜੀ, ਹੁਣ ਕੁਐਸਚਨ ਪਹਿਲਾਂ ਤੁਹਾਡੀ ਇੰਟਰੋਡਕਸ਼ਨ ਹੋ ਗਈ। ਕੁਐਸਚਨ ਮੈਂ ਤੁਹਾਨੂੰ ਦੱਸਿਆ ਵੀ ਚਾਹੇ ਉਹਦੇ ਚਰਿੱਤਰ ਦੇ ਸਫਲਤਾਵਾਂ, ਚਾਹੇ ਉਹਦੀਆਂ ਪ੍ਰਾਪਤੀਆਂ ਆ ਜਾਣ, ਠੀਕ ਹੈ, ਤਾਂ ਸਭ ਦਾ ਇੱਕੋ ਆਨਸਰ ਹੋਊਗਾ। ਪਹਿਲਾ ਪੁਆਇੰਟ ਕੱਢਾਂਗੇ ਇੱਕ ਮਹਾਨ ਜੇਤੂ। ਹਾਂਜੀ, ਕਨਿਸ਼ਕ ਜਿਹੜੇ ਕਿ ਆਪਣੇ ਸਮੇਂ ਦਾ ਇੱਕ ਮਹਾਨ ਜੇਤੂ ਸੀ। ਉਹਨੇ ਆਪਣੇ ਸ਼ਾਸਨ ਕਾਲ ਦੇ ਵਿੱਚ ਅਨੇਕਾਂ ਮਹੱਤਵਪੂਰਨ ਜਿੱਤਾਂ ਹਾਸਲ ਕੀਤੀਆਂ ਨੇ। ਲੌਂਗ ਕੁਐਸਚਨ ਦੇ ਵਿੱਚ ਜਿਹੜੇ ਕਿ ਪੁਆਇੰਟਸ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ, ਤੇ ਪੁਆਇੰਟਸ ਤੁਸੀਂ ਆਪਣੇ ਕੋਲੋਂ ਵੀ ਜਿਹੜੇ ਕਿ ਬਣਾ ਸਕਦੇ ਹੋ। ਜਿਵੇਂ ਹੁਣ ਤੁਸੀਂ ਕੋਈ ਟੌਪਿਕ ਰੀਡ ਕਰ ਰਹੇ ਹੋ, ਉਹਦੇ ਵਿੱਚ ਉਹਦੇ ਨਾਲ ਤੁਹਾਨੂੰ ਲੱਗਦਾ ਕਿ ਇਹ ਪੁਆਇੰਟ ਆਪਾਂ ਬਣਾ ਸਕਦੇ ਹੋ, ਤਾਂ ਉਸ ਪੁਆਇੰਟ ਨੂੰ ਤੁਸੀਂ ਹੈਡਿੰਗ ਬਣਾ ਸਕਦੇ ਹੋ। ਠੀਕ ਹੈ, ਤਾਂ ਕਨਿਸ਼ਕ ਜਿਹੜੇ ਕਿ ਮਹਾਨ ਜੇਤੂ ਸੀ, ਉਹਨੇ ਕਈ ਅਨੇਕਾਂ ਜਿੱਤਾਂ ਪ੍ਰਾਪਤ ਕੀਤੀਆਂ, ਤੇ ਜਿਹਦੇ ਨਾਲ ਸਾਮਰਾਜ ਨਾ ਸਿਰਫ ਭਾਰਤ ਦੇ ਵਿੱਚ ਫੈਲਿਆ, ਸਗੋਂ ਏਸ਼ੀਆ ਦੇ ਵਿੱਚ ਵੀ ਫੈਲ ਗਿਆ। ਠੀਕ ਆ, ਕੁਸ਼ਾਣ ਵੰਸ਼। ਤੇ ਕਿਸੇ ਵੀ ਭਾਰਤੀ ਸ਼ਾਸਕ ਦੇ ਸਾਮਰਾਜ ਦੇ ਵਿੱਚ ਮੱਧ ਏਸ਼ੀਆ ਦਾ ਇੰਨਾ ਵੱਡਾ ਹਿੱਸਾ ਸ਼ਾਮਲ ਨਹੀਂ ਸੀ ਜਿੰਨਾ ਕਿ ਕਨਿਸ਼ਕ ਦੇ ਸਾਮਰਾਜ ਦੇ ਵਿੱਚ ਸੀ। ਭਾਵ ਕਿ ਇਹਨੇ ਕਾਫੀ ਜ਼ਿਆਦਾ ਜਿੱਤਾਂ ਹਾਸਲ ਕਰਕੇ ਜਿਹੜੇ ਕਿ ਆਪਣੇ ਸਾਮਰਾਜ ਦੇ ਘੇਰੇ ਨੂੰ ਵਧਾਇਆ ਸੀ। ਤੇ ਉਹਦੇ ਸਾਮਰਾਜ ਦੇ ਹੱਦਾਂ ਉੱਤਰ ਦੇ ਵਿੱਚ ਬਖਾਰਾ ਤੋਂ ਲੈ ਕੇ ਦੱਖਣ ਦੇ ਵਿੱਚ ਉਜੈਨ ਤੱਕ, ਪੂਰਬ ਵਿੱਚ ਪਾਟਲੀਪੁੱਤਰ ਤੋਂ ਲੈ ਕੇ ਦੱਖਣ ਦੀ ਹੇਲਮੰਦ ਤੱਕ ਫੈਲੀਆਂ ਹੋਈਆਂ ਸੀ। ਤਾਂ ਆਪਾਂ ਕਹਿ ਸਕਦੇ ਕਿ ਕਨਿਸ਼ਕ ਦੇ ਅਧੀਨ ਕੁਸ਼ਾਣ ਸਾਮਰਾਜ ਦੇ ਹੱਦਾਂ ਜਿਹੜੇ ਕਿ ਆਪਣੇ ਸਿਖਰ ਤੇ ਪਹੁੰਚ ਚੁੱਕੀਆਂ ਸੀ। ਦੈਨ ਉਸ ਤੋਂ ਬਾਅਦ ਤੁਸੀਂ ਅਗਲਾ ਪੁਆਇੰਟ ਕੱਢਣਾ, ਇਹ ਰਾਈਟਰ ਵਗੈਰਾ ਦਾ ਕੁਝ ਨਹੀਂ ਯਾਦ ਕਰਨਾ ਹੁੰਦਾ। ਅੱਗੇ ਹੈ ਇੱਕ ਕੁਸ਼ਲ ਸ਼ਾਸਕ। ਇੱਕ ਕੁਸ਼ਲ ਸ਼ਾਸਕ ਜਾਂ ਇੱਕ ਕੁਸ਼ਲ ਪ੍ਰਸ਼ਾਸਕ। ਹਾਂਜੀ, ਕਨਿਸ਼ਕ ਨੇ ਨਾ ਸਿਰਫ ਇੱਕ ਮਹਾਨ ਜੇਤੂ ਹੀ ਸੀ, ਸਗੋਂ ਉਹ ਕੁਸ਼ਲ ਸ਼ਾਸਕ ਪ੍ਰਬੰਧਕ ਵੀ ਸਿੱਧ ਹੋਇਆ। ਉਹਦੀਆਂ ਸ਼ਕਤੀਆਂ ਕਿਸੇ ਤਾਨਾਸ਼ਾਹ ਤੋਂ ਘੱਟ ਨਹੀਂ ਸੀ, ਬਟ ਫਿਰ ਵੀ ਉਹਨੇ ਕਦੇ ਵੀ ਆਪਣੀ ਜਿਹੜੇ ਸ਼ਕਤੀਆਂ ਦੀ ਦੁਰਵਰਤੋਂ ਨਹੀਂ ਕੀਤੀ ਸੀ। ਠੀਕ ਆ, ਉਹਦੇ ਪ੍ਰਸ਼ਾਸਨ ਦਾ ਮੁੱਖ ਕਾਰਜ ਕੀ ਸੀ, ਮੁੱਖ ਉਦੇਸ਼ ਕੀ ਸੀ? ਪ੍ਰਜਾ ਦਾ ਕਲਿਆਣ ਕਰਨਾ, ਪ੍ਰਜਾ ਦੀ ਭਲਾਈ ਕਰਨਾ। ਤੇ ਪ੍ਰਸ਼ਾਸਨ ਦੀ ਕੁਸ਼ਲਤਾ ਲਈ ਉਹਨੇ ਅਨੇਕਾਂ ਜਿਹੜੇ ਕਿ ਆਪਣੇ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ ਸਾਮਰਾਜ ਨੂੰ। ਠੀਕ ਆ, ਅਨੇਕਾਂ ਸਟ੍ਰੈਪੀਜ਼ ਭਾਵ ਕਿ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ ਆਪਣੇ ਸਾਮਰਾਜ ਨੂੰ, ਤੇ ਇਹ ਕਸ਼ਤਰਪਾ ਜਾਂ ਮਹਾਕਸ਼ਤਰਪਾ ਗਵਰਨਰ ਦੇ ਅਧੀਨ ਹੁੰਦੇ ਸੀ। ਠੀਕ ਹੈ, ਭਾਵ ਕਿ ਜਿਹੜੇ ਪ੍ਰਾਂਤ ਉਹਨੇ ਬਣਾਏ ਸੀ ਉਹ ਅੱਗੇ ਜਿਹੜੇ ਗਵਰਨਰਾਂ ਦੇ ਅਧੀਨ ਹੁੰਦੇ ਸੀ, ਤੇ ਉਹਨਾਂ ਦੇ ਨਾਮ ਤੁਸੀਂ ਅਗਰ ਤੁਹਾਨੂੰ ਯਾਦ ਰਹਿੰਦੇ ਤੁਸੀਂ ਯਾਦ ਕਰ ਸਕਦੇ ਹੋ, ਨਹੀਂ ਤੁਸੀਂ ਗਵਰਨਰ ਲਿਖ ਸਕਦੇ ਹੋ।
ਤੇ ਇਹਨਾਂ ਦਾ ਮੁੱਖ ਕੰਮ ਕੀ ਸੀ ਕਿ ਆਪਣੇ ਅਧੀਨ ਜਿਹੜੇ ਇਹਨਾਂ ਦੇ ਗਵਰਨਰ ਅਧੀਨ ਜਿਹੜਾ ਇਲਾਕਾ ਆਉਂਦਾ, ਖੇਤਰ ਆਉਂਦੇ ਨੇ, ਉਹਨਾਂ ਦੇ ਵਿੱਚ ਕਾਨੂੰਨ ਤੇ ਸ਼ਾਂਤੀ ਨੂੰ ਬਣਾ ਕੇ ਰੱਖਣਾ, ਜਿੰਨੇ ਵੀ ਸਮਰਾਟ ਨੇ ਜਿਹੜੇ ਕਿ ਫੈਸਲੇ ਦਿੱਤੇ ਨੇ ਉਹਨਾਂ ਨੂੰ ਲਾਗੂ ਕਰਵਾਉਣਾ, ਤੇ ਉਹ ਆਪਣੇ ਸਾਰੇ ਕੰਮਾਂ ਦੇ ਲਈ ਜਿਹੜੇ ਕਿ ਸਮਰਾਟ ਪ੍ਰਤੀ ਜਵਾਬਦੇਹ ਹੁੰਦੇ ਸੀ। ਸਮਰਾਟ ਨੂੰ ਆਨਸਰ ਭਾਵ ਕਿ ਉਹਨਾਂ ਨੂੰ ਜਿਹੜੇ ਕਿ ਆਨਸਰ ਦੇ ਹੁੰਦੇ ਸੀ ਸਮਰਾਟ ਪ੍ਰਤੀ। ਤੇ ਕਨਿਸ਼ਕ ਵੀ ਪ੍ਰਸ਼ਾਸਨਿਕ ਸਫਲਤਾ ਦਾ ਪ੍ਰਮਾਣ ਆਪਾਂ ਨੂੰ ਇਸ ਗੱਲ ਤੋਂ ਮਿਲਦਾ ਹੈ ਕਿ ਉਹਦੇ ਸ਼ਾਸਨ ਕਾਲ ਦੇ ਵਿੱਚ ਕੋਈ ਵੀ ਵਿਦਰੋਹ ਨਹੀਂ ਹੋਇਆ। ਤਾਂ ਕੋਈ ਵੀ ਵਿਦਰੋਹ ਨਹੀਂ ਹੋਇਆ ਮਤਲਬ ਕਿ ਪਰਜਾ ਬਹੁਤ ਜ਼ਿਆਦਾ ਖੁਸ਼ਹਾਲ ਸੀ, ਜਿਸ ਕਰਕੇ ਤਾਂ ਹੀ ਉਹਦੇ ਰਾਜ ਦੇ ਵਿੱਚ ਕੋਈ ਵੀ ਜਿਹੜੇ ਕਿ ਕਿਸੇ ਵੀ ਤਰੀਕੇ ਦਾ ਵਿਦਰੋਹ ਨਹੀਂ ਹੋਇਆ। ਅਗਲਾ ਹੈਡਿੰਗ ਹੋ ਜਾਊਗਾ ਬੁੱਧ ਧਰਮ ਦਾ ਪ੍ਰਚਾਰਕ। ਹਾਂਜੀ, ਕਨਿਸ਼ਕ ਨੇ ਬੁੱਧ ਧਰਮ ਨੂੰ ਲੋਕਪ੍ਰਿय ਬਣਾਉਣ ਦੇ ਲਈ ਬਹੁਤ ਜਿਹੜੇ ਕਿ ਯੋਗਦਾਨ ਪਾਇਆ। ਇਸੇ ਕਰਕੇ ਹੀ ਉਹਨੇ ਬੋਧੀ ਉਹਨੂੰ ਜਿਹੜੇ ਕਿ ਬੋਧੀ ਉਹਨੂੰ ਕੀ ਕਹਿੰਦੇ ਨੇ, ਦੂਜਾ ਅਸ਼ੋਕ ਮੰਨਦੇ ਨੇ, ਕਿਉਂਕਿ ਅਸ਼ੋਕ ਨੇ ਵੀ ਬੁੱਧ ਧਰਮ ਦੇ ਪ੍ਰਚਾਰ ਦੇ ਲਈ ਜਿਹੜੇ ਕਿ ਆਪਣੇ ਬੇਟੀ ਜਿਹੜੇ ਕਿ ਸੰਘਮਿੱਤਰਾ ਤੇ ਆਪਣਾ ਬੇਟਾ ਮਹਿੰਦਰ ਨੂੰ ਸ਼੍ਰੀਲੰਕਾ ਦੇ ਵਿੱਚ ਵੀ ਭੇਜ ਦਿੱਤਾ ਸੀ। ਇਸ ਤੋਂ ਇਲਾਵਾ ਉਹਨੇ ਧਰਮ ਮਹਾਮਾਤਰ ਨਿਯੁਕਤ ਕੀਤੇ ਸੀ, ਤਾਂ ਜਿਸ ਕਰਕੇ ਉਹਨੇ ਬਹੁਤ ਸਾਰੇ ਕਾਰਜ ਕੀਤੇ ਸੀ ਜਿਹੜੇ ਕਿ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਬੁੱਧ ਧਰਮ ਨੂੰ। ਸੇਮ ਉਸੇ ਤਰ੍ਹਾਂ ਜਿਹੜੇ ਕਿ ਕਨਿਸ਼ਕ ਨੇ ਵੀ ਬਹੁਤ ਸਾਰੇ ਕਾਰਜ ਕੀਤੇ ਬੁੱਧ ਧਰਮ ਨੂੰ, ਜਿਹੜੇ ਕਿ ਬੁੱਧ ਧਰਮ ਦੇ ਪ੍ਰਸਾਰ ਦੇ ਲਈ, ਜਿਸ ਕਰਕੇ ਉਹਨੂੰ ਆਪਾਂ ਕੀ ਕਿਹਾ ਜਾਂਦਾ, ਬੋਧੀ ਉਹਨੂੰ ਕੀ ਕਹਿੰਦੇ ਨੇ, ਦੂਜਾ ਅਸ਼ੋਕ ਮੰਨਦੇ ਨੇ। ਤੇ ਉਸਨੇ ਸਭ ਤੋਂ ਪਹਿਲਾਂ ਬੁੱਧ ਧਰਮ ਦੇ ਪ੍ਰਸਾਰ ਦੇ ਲਈ ਕਿਹੜੇ ਕਾਰਜ ਕੀਤੇ? ਉਹਨੇ ਸਭ ਤੋਂ ਪਹਿਲਾਂ ਬੁੱਧ ਧਰਮ ਦੇ ਵਿੱਚ ਸਮੇਂ ਅਨੁਸਾਰ ਲੋੜੀਂਦੇ ਜਿਹੜੇ ਕਿ ਸੁਧਾਰ, ਜਿਹੜੇ ਚੇਂਜਸ ਚਾਹੀਦੇ ਸੀ ਅਕੋਰਡਿੰਗ ਟੂ ਜਿਹੜੇ ਕਿ ਟਾਈਮ, ਉਹਨਾਂ ਨੇ ਕੁਝ ਸੁਧਾਰ ਕੀਤੇ ਸਮੇਂ ਦੇ ਅਕੋਰਡਿੰਗ। ਦੂਜਾ, ਉਹਨੇ ਬੋਧੀ ਭਿਕਸ਼ੂਆਂ ਨੂੰ ਲੋੜੀਂਦੀ ਸਰਪ੍ਰਸਤੀ ਦਿੱਤੀ, ਵੀ ਜਿਹੜੇ ਬੁੱਧ ਭਿਕਸ਼ੂ ਸੀ ਉਹਨਾਂ ਨੂੰ ਜਿਹੜੇ ਕਿ ਆਪਣੀ ਸਰਪ੍ਰਸਤੀ ਦਿੱਤੀ, ਆਪਣੇ ਦਰਬਾਰ ਦੇ ਵਿੱਚ ਜਿਹੜੇ ਕਿ ਉਹਨਾਂ ਨੂੰ ਰੱਖਿਆ ਆਪਣੀ ਸਰਪ੍ਰਸਤੀ ਦੇ ਅਧੀਨ। ਤੀਜਾ ਕੀ ਸੀ? ਇਹਨਾਂ ਨੂੰ ਤੁਸੀਂ ਅੱਗੇ ਨੀਚੇ ਪੁਆਇੰਟ ਬਣਾ ਕੇ ਲਿਖਣੇ ਨੇ 1 2 3। ਥਰਡ ਕੀ ਸੀ ਕਿ ਪੂਰੇ ਰਾਜ ਦੇ ਵਿੱਚ ਬੁੱਧ ਵਿਹਾਰਾਂ ਤੇ ਮੱਠਾਂ ਦਾ ਉਹਨੇ ਨਿਰਮਾਣ ਕਰਵਾਇਆ। ਚੌਥਾ, ਉਹਨੇ ਕੀ ਕੀਤਾ? ਮਹਾਤਮਾ ਬੁੱਧ ਅਤੇ ਬੋਧੀ ਸਤਵ ਦੀਆਂ ਸੁੰਦਰ ਮੂਰਤੀਆਂ ਬਣਵਾਤੀਆਂ, ਕਿਉਂਕਿ ਜਿਹੜੇ ਕਿ ਕਨਿਸ਼ਕ ਸੀ ਬੁੱਧ ਧਰਮ ਦੀ ਮਹਾਯਾਨ ਨਾਲ ਸੰਬੰਧਿਤ। ਬੁੱਧ ਧਰਮ ਜਿਹੜੇ ਕਿ ਦੋ ਸੰਪਰਦਾਵਾਂ ਵਿੱਚ ਵੰਡਿਆ ਗਿਆ ਸੀ, ਹੀਨਯਾਨ ਤੇ ਮਹਾਯਾਨ, ਤੇ ਇਹ ਮਹਾਯਾਨ ਸੰਪਰਦਾਇ ਨਾਲ ਸੰਬੰਧਿਤ ਸੀ। ਠੀਕ ਹੈ, ਜਿਸ ਕਰਕੇ ਇਹਨੇ ਬੋਧੀ ਸਤਵਾ ਤੇ ਮਹਾਤਮਾ ਬੁੱਧ ਦੀ ਜਿਹੜੀ ਕਿ ਮੂਰਤੀਆਂ ਬਣਵਾਈਆਂ। ਤੇ ਪੰਜਵਾਂ, ਇਹਨੇ ਬੁੱਧ ਧਰਮ ਨਾਲ ਸੰਬੰਧਿਤ ਸਾਹਿਤ ਦੀ ਰਚਨਾ ਨੂੰ ਵੀ ਉਤਸ਼ਾਹਿਤ ਕੀਤਾ। ਛੇਵਾਂ, ਕਸ਼ਮੀਰ ਦੇ ਵਿੱਚ ਜਿਹੜੀ ਬੋਧੀ ਵਿਦਵਾਨਾਂ ਦੀ ਚੌਥੀ ਮਹਾਸਭਾ ਸੀ ਇਹ ਬੁਲਾਈ ਸੀ, ਤੇ ਜਿਹੜੀ ਚੌਥੀ ਬੋਧੀ ਮਹਾਸਭਾ ਬੁਲਾਈ ਸੀ, ਠੀਕ ਹੈ, ਇਹ ਬੁਲਾਈ ਸੀ ਕਸ਼ਮੀਰ, ਠੀਕ ਹੈ, ਕਸ਼ਮੀਰ ਦੇ ਕੁੰਡਗ੍ਰਾਮ ਦੇ ਵਿੱਚ ਜਿਹੜੀ ਬੁਲਾਈ ਸੀ। ਤੇ ਇਸ ਦੇ ਵਿੱਚ ਜਿਹੜੇ ਕਿ 500 ਭਿਕਸ਼ੂਆਂ ਨੇ ਹਿੱਸਾ ਲਿਆ ਸੀ। 500 ਭਿਕਸ਼ੂਆਂ ਨੇ ਜਿਹੜੇ ਕਿ 500 ਭਿਕਸ਼ੂ ਜਿਹੜੇ ਕਿ ਇਹਦੇ ਵਿੱਚ ਸ਼ਾਮਿਲ ਹੋਏ ਸੀ। ਠੀਕ ਹੈ, ਭਿਕਸ਼ੂ 500 ਸ਼ਾਮਿਲ ਹੋਏ ਸੀ। ਤੇ ਇਸ ਮਹਾਸਭਾ ਦੀ ਪ੍ਰਧਾਨਗੀ ਕੀਤੀ ਸੀ ਵਸੂਮਿੱਤਰ ਨੇ ਪ੍ਰਧਾਨਗੀ ਕੀਤੀ ਸੀ। ਤੇ ਇਸ ਮਹਾਸਭਾ ਦੇ ਵਿੱਚ ਮਹਾਵਿਭਾਸ਼ ਨਾਮਕ ਗ੍ਰੰਥ ਤਿਆਰ ਹੋਇਆ ਸੀ। ਮਹਾਵਿਭਾਸ਼ ਨਾਮਕ ਜਿਹੜਾ ਕਿ ਗ੍ਰੰਥ ਤਿਆਰ ਹੋਇਆ ਸੀ। ਤੁਸੀਂ ਇਹਨੂੰ ਵੀ ਅਲੱਗ ਤੋਂ ਜਿਹੜੇ ਕਿ ਪੁਆਇੰਟ ਕੱਢ ਕੇ ਬਣਾ ਸਕਦੇ ਹੋ। ਚੌਥੀ ਜਿਹੜੀ ਬੋਧੀ ਮਹਾਸਭਾ ਚੌਥੀ, ਫਿਰ ਉਹਨੂੰ ਤੁਸੀਂ ਅੱਗੇ ਵਿਸਥਾਰ ਦੇ ਵਿੱਚ ਲਿਖ ਸਕਦੇ ਹੋ ਵੀ ਇਹਦੀ ਪ੍ਰਧਾਨਗੀ ਜਿਹੜੇ ਵਸੂਮਿੱਤਰ ਨੇ ਕੀਤੀ ਸੀ। ਜਿਹੜੇ ਕਿ ਪਹਿਲੀ ਸਦੀ ਈਸਵੀ ਦੇ ਵਿੱਚ ਜਿਹੜੇ ਕਿ ਕਨਿਸ਼ਕ ਨੇ ਕਸ਼ਮੀਰ ਕੁੰਡਗ੍ਰਾਮ ਦੇ ਵਿੱਚ ਕਰਾਈ ਸੀ। 500 ਭਿਕਸ਼ੂਆਂ ਨੇ ਹਿੱਸਾ ਲਿਆ ਸੀ ਤੇ ਇਹਦੀ ਪ੍ਰਧਾਨਗੀ ਵਸੂਮਿੱਤਰ ਨੇ ਕੀਤੀ ਸੀ। ਤੇ ਇਹਦੇ ਵਿੱਚ ਮਹਾਵਿਭਾਸ਼ਕ ਨਾਮਕ ਗ੍ਰੰਥ ਦੀ ਰਚਨਾ ਤਿਆਰ ਕੀਤਾ ਗਿਆ। ਤੇ ਇਸ ਮਹਾਸਭਾ ਦੇ ਯਤਨਾਂ ਨਾਲ ਬੋਧੀ ਭਿਕਸ਼ੂਆਂ ਦੇ ਵਿੱਚ ਜਿਹੜਾ ਪੈਦਾ ਹੋ ਰਹੇ ਸੀ ਮਤਭੇਦ ਜਿਹੜੇ ਕਿ ਉਹ ਦੂਰ ਹੋਏ ਤੇ ਬੁੱਧ ਧਰਮ ਨੇ ਮੁੜ ਆਪਣਾ ਜਿਹੜੇ ਕਿ ਗੌਰਵ ਪ੍ਰਾਪਤ ਕੀਤਾ। 7ਵਾਂ ਪੁਆਇੰਟ ਅੱਗੇ ਆ ਜਾਊਗਾ ਫਿਰ ਕਿ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਚੀਨ, ਜਾਪਾਨ, ਤਿੱਬਤ, ਮੱਧ ਏਸ਼ੀਆ ਦੇ ਦੇਸ਼ਾਂ ਵਿੱਚ ਵੀ ਬੌਧ ਪ੍ਰਚਾਰਕ ਭੇਜੇ ਗਏ ਤੇ ਇਹਨਾਂ ਦੇ ਸਿੱਟੇ ਵਜੋਂ ਬੁੱਧ ਧਰਮ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕੀਤੀ ਇਹਨੇ। ਠੀਕ ਹੈ, ਤੇ ਇਹ ਕਨਿਸ਼ਕ ਦੇ ਚਰਿੱਤਰ ਦੀ ਇੱਕ ਹੋਰ ਮਹਾਨਤਾ ਸੀ ਕਿ ਉਸਨੇ ਹੋਰ ਧਰਮਾਂ ਵੱਲ ਵੀ ਸਹਿਣਸ਼ੀਲਤਾ ਨੀਤੀ ਬਣਾਈ। ਤੁਸੀਂ ਅਗਲਾ ਹੈਡਿੰਗ ਕੱਢ ਸਕਦੇ ਹੋ ਵੀ ਸਹਿਣਸ਼ੀਲਤਾ, ਵੀ ਕਨਿਸ਼ਕ ਨੇ ਜਿਹੜੇ ਕਿ ਸਾਰੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਦੀ ਨੀਤੀ ਬਣਾਈ। ਬੇਸ਼ੱਕ ਉਹ ਜਿਹੜੇ ਕਿ ਬੁੱਧ ਧਰਮ ਦੀ ਮਹਾਯਾਨ ਸ਼ਾਖਾ ਨਾਲ ਸੰਬੰਧਿਤ ਸੀ ਤੇ ਉਹਦੀ ਜਿਹੜੀ ਕਿ ਉਹਨੇ ਸਹਿਣਸ਼ੀਲ ਨੀਤੀ ਬਣਾਈ ਤੇ ਉਦਾਰਤਾ ਨੀਤੀ ਜਿਹੜੀ ਕਿ ਅਪਣਾਈ। ਤੇ ਅਗਲਾ ਹੈਡਿੰਗ ਫਿਰ ਕਲਾ ਦਾ ਇੱਕ ਮਹਾਨ ਪ੍ਰੇਮੀ। ਠੀਕ ਹੈ, ਕਨਿਸ਼ਕ ਕਲਾ ਦੇ ਇੱਕ ਮਹਾਨ ਪ੍ਰੇਮੀ ਸੀ ਤੇ ਇਹਦੇ ਨਾਲ ਉਹਦੇ ਸ਼ਾਸਨ ਕਾਲ ਦੇ ਵਿੱਚ ਕਲਾ ਦੇ ਅਲੱਗ-ਅਲੱਗ ਖੇਤਰਾਂ ਵਿੱਚ ਹੈਰਾਨੀਜਨਕ ਤਰੱਕੀ ਹੋਈ ਹੈ। ਤੇ ਉਹ ਜਿਹੜੇ ਕਿ ਕਨਿਸ਼ਕ ਨੇ ਅਨੇਕਾਂ ਸ਼ਹਿਰਾਂ, ਸਤੂਪਾਂ, ਵਿਹਾਰਾਂ ਦਾ ਨਿਰਮਾਣ ਕਰਵਾਇਆ ਤੇ ਉਹਦੇ ਦੁਆਰਾ ਬਣਵਾਏ ਗਏ ਸ਼ਹਿਰਾਂ ਦੇ ਵਿੱਚੋਂ ਕਸ਼ਮੀਰ 'ਚ ਜਿਹੜਾ ਕਸ਼ਮੀਰ ਦੇ ਵਿੱਚ ਇਹਨੇ ਕਨਿਸ਼ਕਪੁਰ ਬਣਾਇਆ ਤੇ ਪਾਕਿਸਤਾਨ ਦੇ ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ ਤਕਸ਼ੀਲਾ ਦਾ ਸ਼ਹਿਰ ਬਣਵਾਇਆ। ਭਾਵ ਕਿ ਕਨਿਸ਼ਕ ਨੂੰ ਕਲਾ ਨਾਲ ਬਹੁਤ ਜ਼ਿਆਦਾ ਪਿਆਰ ਸੀ। ਇੱਕ ਤਾਂ ਉਹਨੇ ਕਸ਼ਮੀਰ ਦੇ ਵਿੱਚ ਕਨਿਸ਼ਕਪੁਰ, ਠੀਕ ਹੈ, ਆਪਣੇ ਨਾਂ ਤੋਂ ਹੀ ਕਨਿਸ਼ਕਪੁਰ ਜਿਹੜੇ ਕਿ ਸ਼ਹਿਰ ਵਸਾਇਆ ਤੇ ਇਸ ਤੋਂ ਇਲਾਵਾ ਉਹਨੇ ਪਾਕਿਸਤਾਨ ਦੇ ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ ਤਕਸ਼ੀਲਾ ਦਾ ਸ਼ਹਿਰ ਦਾ ਜਿਹੜੇ ਕਿ ਵਰਣਨਯੋਗ ਉਹਦੇ ਨਾਂ ਦੇ ਅਧੀਨ, ਠੀਕ ਹੈ, ਵੀ ਇਹਦੇ ਦੁਆਰਾ ਬਣਾਏ ਗਏ ਨੇ। ਤੇ ਇਸ ਤੋਂ ਇਲਾਵਾ
ਉਹਦੀ ਰਾਜਧਾਨੀ ਪੁਰਸ਼ਪੁਰ ਦੇ ਵਿੱਚ 400 ਫੁੱਟ ਉੱਚਾ ਸਤੂਪ ਬਣਾਇਆ ਗਿਆ। ਠੀਕ ਹੈ, ਉਹਦੀ ਕਨਿਸ਼ਕ ਦੀ ਰਾਜਧਾਨੀ ਸੀ ਪੁਰਸ਼ਪੁਰ, ਜਿਹਦੇ ਵਿੱਚ ਜਿਹੜੇ ਕਿ 400 ਫੁੱਟ ਉੱਚਾ ਸਤੂਪ ਬਣਾਇਆ ਗਿਆ। ਪੁਰਸ਼ਪੁਰ ਪਿਸ਼ਾਵਰ। ਠੀਕ ਹੈ, ਪੁਰਸ਼ਪੁਰ ਪਿਸ਼ਾਵਰ ਜਿਹੜੀ ਕਿ ਰਾਜਧਾਨੀ ਸੀ, ਤੇ ਇਹਦਾ ਨਿਰਮਾਣ ਯੂਨਾਨੀ ਸ਼ਿਲਪਕਾਰ ਅਜੀਲੀਅਸ ਦੀ ਦੇਖ-ਰੇਖ ਦੇ ਵਿੱਚ ਕੀਤਾ ਗਿਆ ਸੀ। ਤੇ ਇਹ ਇੰਨਾ ਸੁੰਦਰ ਸੀ ਕਿ ਜਿਹੜੇ ਵਿਦੇਸ਼ੀ ਯਾਤਰੀ ਵੀ ਇਹਨੂੰ ਦੇਖ ਕੇ ਹੈਰਾਨ ਹੋ ਜਾਂਦੇ ਸੀ, ਜਿਹੜਾ 400 ਫੁੱਟ ਉੱਚਾ ਸਤੂਪ ਬਣਾਇਆ ਸੀ। ਤੇ ਇਸ ਤੋਂ ਇਲਾਵਾ ਕਨਿਸ਼ਕ ਦੇ ਕਾਲ ਦੇ ਵਿੱਚ ਅਤੀ ਸੁੰਦਰ ਮੂਰਤੀਆਂ ਬਣਾਈਆਂ ਗਈਆਂ। ਗੰਧਾਰ ਤੇ ਮਥੁਰਾ ਇਸ ਕਲਾ ਦੇ ਸਭ ਤੋਂ ਪ੍ਰਸਿੱਧ ਕੇਂਦਰ ਸੀ। ਤੇ ਕਨਿਸ਼ਕ ਪਹਿਲਾ ਸ਼ਾਸਕ ਸੀ ਜਿਸ ਨੇ ਰੋਮਨ ਸ਼ਾਸਕਾਂ ਦੀ ਤਰ੍ਹਾਂ ਪਹਿਲੀ ਵਾਰੀ ਬਹੁਤ ਹੀ ਉੱਤਮ ਕੋਟੀ ਦੇ ਜਿਹੜੇ ਕਿ ਸਿੱਕੇ ਚਲਾਏ ਸੀ। ਭਾਵ ਕਿ ਕਨਿਸ਼ਕ ਨੇ ਰੋਮਨ ਸ਼ਾਸਕਾਂ ਦੀ ਤਰ੍ਹਾਂ ਹੀ ਜਿਹੜੇ ਕਿ ਉੱਤਮ ਕੋਟੀ ਦੇ ਸਿੱਕੇ ਚਲਾਏ ਸੀ। ਤੇ ਇਹ ਜ਼ਿਆਦਾਤਰ ਸਿੱਕੇ ਕਿਹੜੇ ਸੀ? ਸੋਨੇ ਦੇ। ਠੀਕ ਹੈ, ਅਗਲਾ ਪੁਆਇੰਟ ਤੁਸੀਂ ਕੱਢ ਸਕਦੇ ਹੋ ਵੀ ਸੋਨੇ ਦੇ ਸਿੱਕਿਆਂ ਦਾ ਪ੍ਰਚਲਨ ਜਿਹੜੇ ਕਿ ਕਨਿਸ਼ਕ ਨੇ ਉੱਤਮ ਕੋਟੀ ਦੇ ਉੱਤਮ ਕਿਰਤ ਦੇ ਜਿਹੜੇ ਕਿ ਸਿੱਕੇ ਚਲਾਏ, ਉਹਨੇ ਰੋਮਨ ਸ਼ਾਸਕਾਂ ਦੀ ਤਰ੍ਹਾਂ ਸੋਨੇ ਦੇ ਸਿੱਕੇ ਚਲਾਏ। ਤੇ ਆਪਾਂ ਕਹਿ ਸਕਦੇ ਹਾਂ ਕਿ ਕਨਿਸ਼ਕ ਦੇ ਸਮੇਂ ਭਵਨ ਨਿਰਮਾਣ ਕਲਾ, ਮੂਰਤੀ ਕਲਾ, ਸਿੱਕੇ ਬਣਾਉਣ ਦੇ ਖੇਤਰ ਦੇ ਵਿੱਚ ਉੱਨਤੀ ਹੁੰਦੀ ਹੈ। ਇਹਨਾਂ ਨੂੰ ਤੁਸੀਂ ਭਵਨ ਨਿਰਮਾਣ ਕਲਾ ਅਲੱਗ ਪੁਆਇੰਟ ਵੀ ਕੱਢ ਸਕਦੇ ਹੋ, ਮੂਰਤੀ ਕਲਾ ਅਲੱਗ ਪੁਆਇੰਟ ਕੱਢ ਸਕਦੇ ਹੋ, ਸਿੱਕੇ ਬਣਾਉਣ ਵਾਲੇ ਅਲੱਗ ਪੁਆਇੰਟ ਕੱਢ ਸਕਦੇ ਹੋ। ਠੀਕ ਹੈ, ਤੁਸੀਂ ਜਿਵੇਂ ਭਵਨ ਨਿਰਮਾਣ ਕਲਾ ਦੇ ਵਿੱਚ 400 ਫੁੱਟ ਵਾਲਾ ਤੇ ਜਿਹੜੇ ਦੋਨੇ ਸ਼ਹਿਰਾਂ ਦਾ ਵੇਰਵਾ ਦੇ ਸਕਦੇ ਹੋ। ਮੂਰਤੀ ਕਲਾ ਦੇ ਵਿੱਚ ਵੀ ਕਨਿਸ਼ਕ ਦੇ ਸਮੇਂ ਬਹੁਤ ਸਾਰੇ ਜਿਹੜੇ ਮੂਰਤੀਆਂ ਬਣਵਾਈਆਂ ਗਈਆਂ। ਆਪਾਂ ਨੇ ਪਹਿਲਾਂ ਕੀਤਾ ਕਿ ਉਹਨਾਂ ਨੇ ਜਿਹੜੇ ਕਿ ਬੋਧੀ ਸਤਵ ਤੇ ਜਿਹੜੇ ਕਿ ਮਹਾਤਮਾ ਬੁੱਧ ਜਿਹੜੇ ਕਿ ਮੂਰਤੀਆਂ ਬਣਵਾਈਆਂ ਸੀ, ਇਹ ਹੋ ਜਾਊਗਾ। ਫਿਰ ਦੈਨ ਤੁਸੀਂ ਅਗਲਾ ਹੈਡਿੰਗ ਕੱਢ ਦੋਗੇ ਕਿ ਸਿੱਕੇ, ਜਿਹੜੇ ਕਿ ਸਿੱਕੇ ਬਣਾਉਣ ਦੀ ਕਲਾ, ਕਨਿਸ਼ਕ ਦੇ ਕਾਲ ਦੇ ਵਿੱਚ ਸਿੱਕੇ ਵੀ ਜਿਹੜੇ ਕਿ ਬਣਾਏ ਗਏ, ਉੱਤਮ ਕੋਟੀ ਦੇ ਸਿੱਕੇ ਬਣਾਏ ਗਏ ਜਿਹੜੇ ਕਿ ਜ਼ਿਆਦਾਤਰ ਸੋਨੇ ਦੇ ਸੀ, ਰੋਮਨ ਸ਼ਾਸਕਾਂ ਦੀ ਤਰ੍ਹਾਂ। ਭਾਵ ਕਿ ਇਸ ਨਾਲ ਤੁਹਾਡੇ ਜਿਹੜੇ ਕਿ ਕੁਐਸਚਨ ਦੀ ਲੈਂਥ ਵੱਧ ਜੂਗੀ। ਅੱਗੇ ਹੈ ਸਾਹਿਤ ਦਾ ਇੱਕ ਮਹਾਨ ਸਰਪ੍ਰਸਤ। ਹਾਂਜੀ, ਕਨਿਸ਼ਕ ਆਪਣੇ ਸਮੇਂ ਦੇ ਇੱਕ ਅਜਿਹਾ ਸ਼ਾਸਕ ਸੀ ਜਿਸ ਨੇ ਦਰਬਾਰ ਦੇ ਵਿੱਚ ਉਸਦੇ ਸਮੇਂ ਦੇ ਪ੍ਰਸਿੱਧ ਜਿਹੜੇ ਵਿਦਵਾਨ, ਲੇਖਕ, ਫਿਲਾਸਫਰ, ਵਿਗਿਆਨਿਕ ਹੋਏ ਸੀ, ਉਹਨਾਂ ਨੂੰ ਖੋਲ ਕੇ ਸਰਪ੍ਰਸਤੀ ਦਿੱਤੀ, ਦਿਲ ਖੋਲ ਕੇ। ਠੀਕ ਹੈ, ਅਸ਼ਵਕੋਸ਼ ਉਸਦੇ ਦਰਬਾਰ ਦਾ ਸਭ ਤੋਂ ਪ੍ਰਸਿੱਧ ਰਤਨ ਸੀ ਤੇ ਉਹ ਇੱਕ ਮਹਾਨ ਕਵੀ ਤੇ ਨਾਟਕਕਾਰ ਸੀ। ਅਸ਼ਵਕੋਸ਼ ਜਿਸ ਨੇ ਬੁੱਧ ਚਰਿਤ ਗ੍ਰੰਥ ਲਿਖਿਆ ਸੀ। ਤੇ ਅਸ਼ਵਕੋਸ਼ ਦੀ ਜਿਹੜੀ ਕਿ ਤੁਲਨਾ ਮਿਲਟਨ ਤੇ ਕਾਂਟ, ਜਿਹੜੇ ਕਿ ਇਹ ਇੰਗਲਿਸ਼ ਦੇ ਹੋਏ ਨੇ ਕਵੀ, ਉਹਨਾਂ ਦੇ ਨਾਲ ਕੀਤੀ ਜਾਂਦੀ ਸੀ। ਤੇ ਇਸ ਦੇ ਵਿੱਚ ਜਿਹੜਾ ਕਿ ਬੁੱਧ ਚਰਿਤ ਲਿਖਿਆ ਸੀ ਉਹਨੇ, ਅਸ਼ਵਕੋਸ਼ ਨੇ, ਇਹਦੇ ਵਿੱਚ ਮਹਾਤਮਾ ਬੁੱਧ ਦੇ ਜੀਵਨ ਦਾ ਜਿਹੜਾ ਕਿ ਬਹੁਤ ਹੀ ਸੁੰਦਰ ਢੰਗ ਦੇ ਨਾਲ ਵਰਣਨ ਕੀਤਾ ਹੋਇਆ। ਤੇ ਇਸ ਗ੍ਰੰਥ ਦੀ ਤੁਲਨਾ ਰਾਮਾਇਣ ਨਾਲ ਵੀ ਕੀਤੀ ਜਾਂਦੀ ਹੈ। ਠੀਕ ਹੈ, ਅਸ਼ਵਕੋਸ਼ ਨੇ ਜਿਹੜਾ ਗ੍ਰੰਥ ਲਿਖਿਆ ਸੀ ਬੁੱਧ ਚਰਿਤ, ਉਹਦੀ ਤੁਲਨਾ ਰਾਮਾਇਣ ਦੇ ਨਾਲ ਉਹਨੂੰ ਕੰਪੇਅਰ ਕੀਤਾ ਜਾਂਦਾ। ਇਸ ਤੋਂ ਇਲਾਵਾ ਉਹਨੇ ਸੌਂਦਰਾਨੰਦ, ਸਾਰੀਪੁੱਤਰਮ ਪ੍ਰਕਰਨ, ਵਜਰ ਸੂਚੀ, ਸੂਤਰ ਅਲੰਕਾਰ ਨਾਮਕ ਗ੍ਰੰਥ ਵੀ ਲਿਖੇ ਨੇ ਅਸ਼ਵਕੋਸ਼ ਨੇ। ਠੀਕ ਹੈ, ਦੈਨ ਅੱਗੇ ਆਊਗਾ ਨਾਗਾਰਜੁਨ। ਦੇਖੋ ਤੁਸੀਂ ਐਵੇਂ ਅਲੱਗ ਵੀ ਪੁਆਇੰਟ ਕੱਢ ਸਕਦੇ ਹੋ ਵੀ ਸਾਹਿਤ ਗਿਆਨ ਦਾ ਅਸ਼ਵਕੋਸ਼ ਬਾਰੇ ਲਿਖ ਕੇ। ਠੀਕ ਹੈ, ਫਿਰ ਦੈਨ ਉਸ ਤੋਂ ਬਾਅਦ ਅੱਗੇ ਆਪਾਂ ਕਰਦੇ ਹਾਂ ਬੁੱਧ ਚਰਿਤ ਬਾਰੇ ਵੀ ਅੱਗੇ ਵੀ ਵਰਣਨ ਕੀਤਾ ਹੋਇਆ ਬੁੱਧ ਚਰਿਤ ਦਾ, ਰਾਮਾਇਣ ਨਾਲ ਇਹਦੀ ਕੀਤੀ ਜਾਂਦੀ ਹੈ। ਅੱਗੇ ਇਹਦੇ ਪਾਠ ਬਣਾਏ ਹੋਏ ਨੇ। ਠੀਕ ਹੈ, ਵੀ ਸੌਂਦਰਾਨੰਦ, ਸਾਰੀਪੁੱਤਰ ਪ੍ਰਕਰਨ, ਅੱਗੇ ਜਿਹੜੇ ਰਚਨਾਵਾਂ ਨੇ। ਤੇ ਇਸ ਤੋਂ ਇਲਾਵਾ ਅੱਗੇ ਆਪਾਂ ਕਰਦੇ ਹਾਂ ਹੁਣ ਨਾਗਾਰਜੁਨ। ਅਲੱਗ-ਅਲੱਗ ਪੁਆਇੰਟ ਬਣਾ ਲਓਗੇ ਤਾਂ ਤੁਹਾਡੀ ਕੁਐਸਚਨ ਦੀ ਲੈਂਥ ਬਹੁਤ ਵਧੀਆ ਬਣ ਜੂਗੀ। ਹਾਂਜੀ, ਨਾਗਾਰਜੁਨ ਕਨਿਸ਼ਕ ਦੇ ਸਮੇਂ ਦੇ ਇੱਕ ਮਹਾਨ ਦਾਰਸ਼ਨਿਕ ਵਿਗਿਆਨੀ ਸੀ। ਠੀਕ ਹੈ, ਤੇ ਉਹਨੇ ਬੁੱਧ ਧਰਮ ਦੀ ਮਹਾਜਾਨ ਸ਼ਾਖਾ ਨੂੰ ਹਰਮਨ ਪਿਆਰਾ ਬਣਾਉਣ ਦੇ ਵਿੱਚ ਕਾਫੀ ਜ਼ਿਆਦਾ ਯੋਗਦਾਨ ਦਿੱਤਾ ਨਾਗਾਰਜੁਨ ਨੇ। ਤੇ 20 ਗ੍ਰੰਥਾਂ ਦੀ ਰਚਨਾ ਕੀਤੀ ਨਾਗਾਰਜੁਨ ਨੇ। ਇਹਨਾਂ ਦੇ ਵਿੱਚੋਂ ਸੋਹਰ ਲੇਖਾ ਤੇ ਮਾਧਿਅਮਕ ਸੂਤਰ ਜਿਹੜੇ ਕਿ ਵਰਣਨਯੋਗ ਨੇ। ਸੋਹਰ ਲੇਖਾ ਦੇ ਵਿੱਚ ਬੁੱਧ ਦਰਸ਼ਨ ਦਾ ਜਿਹੜਾ ਸੁੰਦਰ ਵਰਣਨ ਕੀਤਾ ਹੋਇਆ, ਤੇ ਮਾਧਿਅਮਿਕ ਸੂਤਰ ਦੇ ਵਿੱਚ ਨਾਗਾਰਜੁਨ ਨੇ ਸੰਖੇਪਤਾ ਸਿਧਾਂਤ ਦਾ ਵਰਣਨ ਕੀਤਾ ਹੋਇਆ। ਇਸ ਲਈ ਭਾਰਤੀ ਆਇਨਸਟਾਈਨ ਕਿਹਾ ਜਾਂਦਾ, ਜਿਹੜੇ ਕਿ ਨਾਗਾਰਜੁਨ ਨੂੰ ਭਾਰਤੀ ਆਇਨਸਟਾਈਨ ਕਿਹਾ ਜਾਂਦਾ। ਤੇ ਹਿਊਨ-ਸਾਂਗ ਦੇ ਅਨੁਸਾਰ ਨਾਗਾਰਜੁਨ ਸੰਸਾਰ ਦੀਆਂ 4 ਮਾਰਗ ਦਰਸ਼ਕ ਸ਼ਕਤੀਆਂ ਦੇ ਵਿੱਚੋਂ ਇੱਕ ਸੀ। ਤੇ ਉਸਨੇ ਬੁੱਧ ਧਰਮ ਦੀ ਫਿਲਾਸਫੀ ਦੇ ਇਤਿਹਾਸ ਦੇ ਵਿੱਚ ਇੱਕ ਨਵੇਂ ਯੁੱਗ ਨੂੰ ਸ਼ੁਰੂ ਕਰਨ ਦਾ ਪ੍ਰਣ ਕੀਤਾ। ਇਸ ਕਰਕੇ ਇਹਦੀ ਤੁਲਨਾ ਮਾਰਟਿਨ ਲੂਥਰ ਦੇ ਨਾਲ ਵੀ ਕੀਤੀ ਜਾਂਦੀ ਹੈ ਨਾਗਾਰਜੁਨ ਦੀ। ਤੇ ਜੇ ਤੁਹਾਨੂੰ ਆਹ ਚੀਜ਼ਾਂ ਵੇਰਵਾ ਨਾ ਯਾਦ ਹੋਇਆ ਤਾਂ ਤੁਸੀਂ ਨਾਗਾਰਜੁਨ ਲਿਖ ਕੇ ਇੱਕ ਪੈਰੇ ਦੇ ਤਰ੍ਹਾਂ ਵੀ ਇਹਨੂੰ ਬਣਾ ਸਕਦੇ ਹੋ। ਠੀਕ ਹੈ, ਅੱਗੇ ਸੀ ਬਸੂਮਿੱਤਰ। ਹਾਂਜੀ, ਕਨਿਸ਼ਕ ਦੇ ਦਰਬਾਰ ਦਾ ਇੱਕ ਹੋਰ ਪ੍ਰਸਿੱਧ ਜਿਹੜਾ ਬੋਧੀ ਵਿਦਵਾਨ ਸੀ ਉਹ ਸੀ ਬਸੂਮਿੱਤਰ। ਤਾਂ ਬਸੂਮਿੱਤਰ ਨੇ ਜਿਹੜੇ ਕਿ ਕਨਿਸ਼ਕ ਦੁਆਰਾ ਜਿਹੜੀ ਆਯੋਜਿਤ ਕੀਤੀ ਗਈ ਸੀ ਮਹਾਸਭਾ, ਚੌਥੀ ਮਹਾਸਭਾ, ਉਹਦੇ ਵਿੱਚ ਇਹਨੇ ਪ੍ਰਧਾਨਗੀ ਕੀਤੀ ਸੀ ਬਸੂਮਿੱਤਰ ਨੇ। ਤਾਂ ਬਸੂਮਿੱਤਰ ਨੇ ਮਹਾਵਿਭਾਸ਼ਣ ਨਾਮਕ ਗ੍ਰੰਥ ਦੀ ਰਚਨਾ ਕੀਤੀ ਸੀ। ਹਾਂਜੀ, ਮਹਾਵਿਭਾਸ਼ਕ ਨਾਮਕ ਗ੍ਰੰਥ ਦੀ ਰਚਨਾ ਕਿਹਨੇ ਕੀਤੀ ਸੀ? ਬਸੂਮਿੱਤਰ ਨੇ। ਠੀਕ ਹੈ, ਬਸੂਮਿੱਤਰ ਨੇ ਮਹਾਵਿਭਾਸ਼ਕ ਗ੍ਰੰਥ ਦੀ ਰਚਨਾ ਕੀਤੀ ਸੀ। ਤੇ ਇਸ ਨੂੰ ਬੁੱਧ ਧਰਮ ਦਾ ਵਿਸ਼ਵਕੋਸ਼ ਕਿਹਾ ਜਾਂਦਾ। ਬੁੱਧ ਧਰਮ ਦਾ ਵਿਸ਼ਵਕੋਸ਼ ਕਿਸ ਨੂੰ ਕਿਹਾ ਜਾਂਦਾ? ਮਹਾਵਿਭਾਸ਼ਣ। ਠੀਕ ਹੈ, ਤੇ ਇਹਦੀ ਰਚਨਾ ਬਸੂਮਿੱਤਰ ਨੇ ਕੀਤੀ ਸੀ। ਫਿਰ ਚਰਕ ਕਨਿਸ਼ਕ ਦੇ ਕਾਲ ਦਾ ਇੱਕ ਹੋਰ ਮਹਾਨ ਸ਼ਖਸੀਅਤ ਸੀ। ਉਹਨੇ ਆਯੁਰਵੇਦ ਵਿਗਿਆਨ ਦੇ ਖੇਤਰ ਵਿੱਚ ਜਿਹੜੇ ਯੋਗਦਾਨ ਪਾਇਆ, ਤੇ ਉਹਦਾ ਦੁਆਰਾ ਲਿਖਿਆ ਗਿਆ ਚਰਕ ਸੰਹਿਤਾ ਨਾਮਕ ਗ੍ਰੰਥ ਹੈ, ਜਿਹੜੇ ਕਿ ਆਯੁਰਵੇਦ ਦੇ ਇੱਕ ਅਨਮੋਲ ਖਜ਼ਾਨਾ, ਮਤਲਬ ਕਿ ਚਰਕ ਸੰਹਿਤਾ ਦੀ ਰਚਨਾ ਚਰਕ ਨੇ ਕੀਤੀ ਸੀ।
ਤਾਂ ਫਿਰ ਤੁਸੀਂ ਐਂਡ ਦੇ ਵਿੱਚ ਜਿਹੜੇ ਕਿ ਆਪਣਾ ਐਂਡ ਦੇ ਵਿੱਚ ਤੁਸੀਂ ਸਿੱਟਾ ਕੱਢ ਦੇਣਾ ਕਿ ਕਨਿਸ਼ਕ ਆ ਜਿਹੜੇ ਕਿ ਕੁਸ਼ਾਣ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀ ਤੇ ਇਹਨੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀਆਂ ਨੇ। ਤੇ ਇਸ ਤੋਂ ਇਲਾਵਾ ਕਨਿਸ਼ਕ ਦੇ ਜਿਹੜੇ ਕਿ ਇੱਕ ਮਹਾਨ ਜੇਤੂ ਸੀ ਤੇ ਕਨਿਸ਼ਕ ਦੀ ਤੁਲਨਾ ਜਿਹੜੇ ਕਿ ਅਸ਼ੋਕ ਦੇ ਨਾਲ ਕੀਤੀ ਜਾਂਦੀ ਹੈ ਤੇ ਕਈ ਜਿਹੜੇ ਕਿ ਇਸ ਨੂੰ ਦੂਜਾ ਅਸ਼ੋਕ ਵੀ ਦੇ ਨਾਂ ਨਾਲ ਵੀ ਜਿਹੜੇ ਕਿ ਜਾਣਿਆ ਜਾਂਦਾ, ਕਿਉਂਕਿ ਕਨਿਸ਼ਕ ਨੇ ਜਿਹੜੇ ਕਿ ਬੁੱਧ ਧਰਮ ਦੇ ਪ੍ਰਸਾਰ ਦੇ ਲਈ, ਬੁੱਧ ਧਰਮ ਦੇ ਪ੍ਰਚਾਰ ਦੇ ਲਈ ਜਿਹੜੇ ਕਿ ਕਾਫੀ ਜ਼ਿਆਦਾ ਯਤਨ ਕੀਤੇ ਸੀ। ਸੋ ਇਸ ਤਰੀਕੇ ਨਾਲ ਤੁਹਾਡਾ ਜਿਹੜੇ ਕਿ ਕੁਐਸਚਨ ਐਂਡ ਹੋ ਜਾਊਗਾ। ਮੈਂ ਤੁਹਾਨੂੰ ਦੱਸ ਵੀ ਦਿੱਤਾ ਤੁਸੀਂ ਇਹਨੂੰ ਕੁਐਸਚਨ ਨੂੰ ਵਧਾਉਣਾ ਕਿਵੇਂ ਹੈ, ਠੀਕ ਹੈ, ਕਿਹੜੇ ਕਿਹੜੇ ਪੁਆਇੰਟਸ ਤੁਸੀਂ ਆਪਣੇ ਕੋਲੋਂ ਜਿਹੜੇ ਕਿ ਇਹਦੇ ਵਿੱਚ ਹੋਰ ਬਣਾ ਸਕਦੇ ਹੋ। ਥੈਂਕਸ।